ਆਮ ਤੌਰ 'ਤੇ ਅਸੀਂ ਨਾ ਉਹਨੂੰ ਲੇਸਿਵ ਜਿਹਾ ਸਮਝ ਕੇ ਉਹਨੂੰ ਖਾਂਦੇ ਵੀ ਨਹੀਂ ਅਤੇ ਬੱਚੇ ਤਾਂ ਬਹੁਤ ਨੱਕ ਚੜਾਉਂਦੇ ਨੇ। ਸ਼ੱਕਰ ਰੋਗੀਆਂ ਲਈ ਤਾਂ ਇੱਕ ਤਰੀਕੇ ਅਸੀਂ ਇਹ ਮੰਨ ਸਕਦੇ ਹਾਂ ਕਿ ਕੁਦਰਤ ਨੇ ਬੇਸ਼ਕੀਮਤੀ ਸੌਗਾਤ ਪੇਸ਼ ਕੀਤੀ ਹੈ। ਬੜੀ ਜ਼ਬਰਦਸਤ ਇਹਦੇ ਬੜੀ ਮਹਿੰਗੀ ਹੈ, ਜੋ ਕਿ ਈਵਨ ਜਿਹੜੀ ਇਹਦਾ ਤੁਸੀਂ ਜੇ ਕਿਤੇ ਔਡਰ ਜਾ ਕੇ ਕਰੋਗੇ 100 ਪੌਂਡ ਦੀ ਇੱਕ ਮਿਲੇਗੀ ਪਲੇਟ, ਇੰਨੀ ਮਹਿੰਗੀ ਚੀਜ਼ ਹੈ। ਬਾਜ਼ਾਰ ਦੇ ਵਿੱਚ ਜਾਈਏ, ਅਨਾਜ ਮੰਡੀ 'ਚ ਜਾਈਏ, ਉੱਥੇ ਸਬਜ਼ੀਆਂ ਬਹੁਤ ਮਿਲ ਜਾਣ। ਸਬਜ਼ੀ ਮੰਡੀ ਜਦੋਂ ਆਪਾਂ ਜਾਂਦੇ ਹਾਂ, ਪਰ ਉੱਥੇ ਪਿਆ ਜ਼ਰੂਰ ਦਿਖਦੇ ਆ ਇਸ ਕਟਹਲ ਨੂੰ, ਪਰ ਆਪਾਂ ਖਰੀਦਦੇ ਨਹੀਂ ਗੇ। ਪਤਾ ਨਹੀਂ ਕਿਹੋ ਜਿਹਾ ਹੋਊਗਾ, ਕਿਹੋ ਜਿਹਾ ਨਹੀਂ। ਦੱਸੋ ਕੀ ਬਣਦਾ ਕਿਹੋ ਜਿਹਾ ਹੈਗਾ ਇਹ ਫਲ ਬਾਰੇ ਦੱਸੋ, ਜਾਂ ਇਹ ਸਬਜ਼ੀ ਬਾਰੇ ਕੀ ਹੈ ਇਹ? ਸੇਬ ਹੋਏ, ਖੁਰਮਾਨੀ ਹੋਏ, ਕੇਲਾ ਹੋਏ, ਐਵੋਕੈਡੋ, ਜੋ ਕਿ ਬੜੇ ਅਸੀਂ ਆਮ ਵਰਤੋਂ ਵਿੱਚ ਲਿਆਉਂਦੇ ਹਾਂ। ਉਹਨਾਂ ਤੋਂ ਹਾਲਾਂਕਿ ਆਪਾਂ ਨੂੰ ਪਤਾ ਐਵੋਕੈਡੋ ਦਾ ਤੇਲ ਕੀ, ਕਰੀਮਾਂ ਕੀ, ਸ਼ੈਂਪੂ ਕੀ, ਕੁਛ ਨਹੀਂ ਛੱਡਿਆ ਉਹਦੇ ਤੋਂ, ਪਰ ਸਟਿਲ ਉਹਦੇ ਵਿੱਚ ਜਿੰਨੇ ਮਿਨਰਲ ਅਤੇ ਵਾਈਟਮਿਨ ਨੇ ਉਹਨਾਂ ਸਾਰਿਆਂ ਤੋਂ ਇਹਦੇ ਵਿੱਚ ਕਿਤੇ ਵੱਧ ਨੇ। ਇਹਦੇ ਵਿੱਚ ਵਾਈਟਮਿਨ ਸੀ ਜਿਹੜਾ ਨਾ ਤਾਂ ਛੇਤੀ ਝੁਰੜੀਆਂ ਪੈਣ ਦਿੰਦਾ, ਚਮੜੀ ਠੀਕ ਰੱਖਦਾ, ਅਤੇ ਸਭ ਤੋਂ ਮਜ਼ੇਦਾਰ ਗੱਲ ਉਹ ਸਿਰਫ ਅਤੇ ਸਿਰਫ ਕਟਹਲ 'ਚ ਹੈ ਜਿਹੜਾ ਸਾਡੇ ਉਹ ਮਾੜੇ ਅਸਰ ਚਮੜੀ 'ਤੇ ਧੁੱਪ ਦੇ ਨਹੀਂ ਪੈਂਦੇ। ਇਹਨੂੰ ਬਣਾਉਣ ਦੀ ਵਿਧੀ ਕੀ ਹੈ? ਖਾਣਾ ਕਿੱਦਾਂ ਚਾਹੀਦਾ ਇਹਨੂੰ ਅਸੀਂ ਬਣਾਉਂਦੇ ਸਬਜ਼ੀਆਂ ਮੈਂ ਦੱਸਿਆ, ਪਰ ਹੈ ਫਲ ਹੈ। ਕਿਸੇ ਵੀ ਤਰ੍ਹਾਂ ਦੇ, ਜਿਵੇਂ ਆਪਾਂ ਦੇਖ ਰਹੇ ਹਾਂ ਹੁਣ ਤੱਕ ਦੇ ਫਲਾਂ 'ਚੋਂ ਸਿਰਫ ਇਹੋ ਇੱਕ ਹੈ ਜਿਹਦਾ ਥਾਇਰੋਇਡ ਦੇ ਹਾਰਮੋਨ ਵਿੱਚ ਬੜਾ ਇਫੈਕਟਿਵ ਹੈ, ਅਤੇ ਉਹ ਵੀ ਇਹਦੇ 'ਚ ਮੈਗਨੀਸ਼ੀਅਮ, ਲੋਹ ਕਣ ਅਤੇ ਕਾਪਰ ਜੋ ਪ੍ਰੋਪਰ ਡੋਸੇਜ ਵਿੱਚ ਨੇ, ਜਿੰਨੀ ਕਿ ਸਾਡੀ ਕੁਦਰਤੀ ਤੌਰ 'ਤੇ ਥਾਇਰੋਇਡ ਨੂੰ ਚਾਹੀਦਾ। ਗਰੀਬਾਂ ਦਾ ਜੇ ਮੀਟ ਹੈ ਤਾਂ ਕਟਹਲ ਬੜੇ ਵਧੀਆ ਤਰੀਕੇ ਤੁਹਾਨੂੰ ਪ੍ਰੋਟੀਨ ਦੇ ਸਕਦਾ ਹੈ। ਇਹ ਸਾਡੀ ਇੰਡੀਅਨ ਯਾਨੀ ਭਾਰਤੀ, ਇਹ ਤੁਸੀਂ ਸਮਝ ਲਓ ਇੱਕ ਤਰੀਕੇ ਖੁਰਾਕ ਸੀ ਜੋ ਅੱਜ ਦੁਨੀਆ ਭਰ ਦੇ 5 ਤਾਰਾ ਹੋਟਲਾਂ ਵਿੱਚ, ਵਿਕਸਿਤ ਮੁਲਕਾਂ ਵਿੱਚ ਜੋ ਵਰਤੋਂ ਵਿੱਚ ਜਾ ਰਿਹਾ ਹੈ। ਅਸਲ ਓਰੀਜਨ ਇਹਦਾ ਸਾਡੇ ਭਾਰਤ ਤੋਂ ਹੋਇਆ। ਕਿੰਨੇ ਮਾਣ ਦੀ ਗੱਲ ਹੈ। ਪਰ ਅੱਗੋਂ ਅਫਸੋਸ ਜਦੋਂ ਦਵਾਈਆਂ ਵਿੱਚ ਬਣ ਕੇ ਆ ਰਿਹਾ, ਹੁਣ ਮਹਿੰਗੀਆਂ ਦਵਾਈਆਂ ਲੈ ਰਹੇ ਅਤੇ ਕੱਚਾ ਕਿਉਂ ਨਾ ਖਾਓ। ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਆਨੰਦਪ੍ਰੀਤ ਸਿੰਘ। ਪ੍ਰਾਈਮ ਹੈਲਥ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਏ ਹਾਂ। ਡਾਕਟਰ ਹਰਸ਼ਿੰਦਰ ਕੌਰ ਜੀ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਕਰਦੇ ਹਾਂ ਉਹਨਾਂ ਦਾ ਸਵਾਗਤ। ਮੈਮ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਰਹੇ ਨੇ ਸਾਰੇ ਵੀਰ ਭੈਣ, ਬਜ਼ੁਰਗਾਂ, ਬੱਚਿਆਂ ਨੂੰ ਬਹੁਤ ਬਹੁਤ ਪਹਿਲਾਂ ਤਾਂ ਨਿੱਘੀ ਫਤਿਹ ਅਤੇ ਧੰਨਵਾਦ ਕਿ ਜਿਸ ਤਰੀਕੇ ਤੁਸੀਂ ਸਵਾਲ ਭੇਜੇ ਨੇ ਲਗਾਤਾਰ, ਅਸੀਂ ਉਹ ਹੁਣ ਇੱਕ ਸਪੈਸ਼ਲ, ਮੇਰਾ ਖਿਆਲ ਹੈ ਜਿਵੇਂ ਆਪਾਂ ਕਿਹਾ ਸੀ ਕਿ ਅਸੀਂ ਕਰਾਂਗੇ ਸਿਰਫ ਤੁਹਾਡੇ ਸਵਾਲਾਂ ਦੇ ਜਵਾਬਾਂ 'ਤੇ ਇੱਕ ਲੈ ਕੇ ਆ ਰਹੇ ਹਾਂ ਅਗਲਾ ਪ੍ਰੋਗਰਾਮ। ਪਰ ਅੱਜ ਇੱਕ ਨਵੀਂ ਖੋਜ ਬਾਰੇ ਜ਼ਿਕਰ ਕਰਨਾ ਚਾਹਾਂਗੇ ਜੋ ਕਿ ਸ਼ਾਇਦ ਬਹੁਤ ਜਣਿਆਂ ਨੂੰ ਫਾਇਦਾ ਦੇਵੇ, ਅਤੇ ਆਮ ਤੌਰ 'ਤੇ ਅਸੀਂ ਨਾ ਉਹਨੂੰ ਲੇਸਿਵ ਜਿਹਾ ਸਮਝ ਕੇ ਉਹਨੂੰ ਖਾਂਦੇ ਵੀ ਨਹੀਂ, ਅਤੇ ਬੱਚੇ ਤਾਂ ਬਹੁਤ ਨੱਕ ਚੜਾਉਂਦੇ ਨੇ। ਇਹੋ ਜਿਹੀ ਕਿਹੜੀ ਖੋਜ ਹੈ ਜੀ? ਜੀ ਬਿਲਕੁਲ, ਕਿਉਂਕਿ ਉਹ ਰੇਹੜੀਆਂ 'ਤੇ ਆਮ ਤੁਹਾਨੂੰ ਮਿਲਦਾ ਜੇ, ਜਿਹਨੂੰ ਜੈਕ ਫਰੂਟ ਵੀ ਕਿਹਾ ਜਾਂਦਾ, ਅਤੇ ਅਸੀਂ ਕਟਹਲ ਆਮ ਤੌਰ 'ਤੇ ਉਹਦਾ ਅਚਾਰ ਵੀ ਮਿਲਦਾ ਜੇ, ਅਤੇ ਉਹ ਕੱਟਣਾ ਬਹੁਤ ਔਖਾ ਜੇ ਕਿਉਂਕਿ ਉਹਦੀ ਲੇਸ ਇੰਨੀ ਹੈ, ਅਤੇ ਇਸੇ ਲਈ ਰੇਹੜੀਆਂ 'ਚ ਵੀ ਉਹ ਕੱਟ ਕੇ ਹੀ ਦਿੰਦੇ ਨੇ ਤੁਹਾਨੂੰ। ਤਿੱਖੀਆਂ ਚੁੰਝਾਂ ਉਹਦੇ ਬਾਰ-ਬਾਰ ਦਿਸ ਜਾਂਦੀਆਂ ਨੇ, ਪਰ ਉਹ ਕਟਹਲ ਇਸ ਤਰੀਕੇ ਖੋਜਾਂ ਦੇ ਵਿੱਚ ਅਸਰਦਾਰ ਸਾਬਤ ਹੋਇਆ ਹੈ ਕਿ ਸ਼ੱਕਰ ਰੋਗੀਆਂ ਲਈ ਤਾਂ ਇੱਕ ਤਰੀਕੇ ਅਸੀਂ ਇਹ ਮੰਨ ਸਕਦੇ ਹਾਂ ਕਿ ਕੁਦਰਤ ਨੇ ਬੇਸ਼ਕੀਮਤੀ ਸੌਗਾਤ ਪੇਸ਼ ਕੀਤੀ ਹੈ। ਕਿਉਂਕਿ ਉਹਦੇ ਵਿੱਚ ਅਸਲ 'ਚ ਕੇਲੇ ਦਾ ਅਤੇ ਪਾਈਨਐਪਲ ਦਾ ਜਿਵੇਂ ਮਿਕਸਚਰ ਜਿਹਾ ਬਣਾਇਆ, ਭਾਵੇਂ ਅਸੀਂ ਉਹਨੂੰ ਸਬਜ਼ੀ ਸਮਝਦੇ ਹਾਂ ਪਰ ਕੁਦਰਤ ਨੇ ਫਲ ਬਣਾਇਆ। ਸੋ ਉਹ ਵੀ ਕਮਾਲ ਇਹ ਦੇਖੋ ਫਲ ਦਾ ਕਿ ਉਹਨੂੰ ਕੱਚੇ ਦੀ ਉਹਨੂੰ ਖਾਧਾ ਹੀ ਨਹੀਂ ਜਾ ਸਕਦਾ ਵੀ ਉਹ ਖ਼ਰਾਬ ਨਾ ਹੋਵੇ, ਵੀ ਚੁੰਝ ਨਾ ਮਾਰ ਜਾਣ ਪੰਛੀ ਜਾਂ ਖ਼ਰਾਬ ਨਾ ਕਰਨ। ਉਹਦੇ ਪਹਿਲਾਂ ਹੀ ਤਿੱਖੇ ਕੰਢੇ ਰੱਖੇ ਹੋਏ ਨੇ। ਇਸੇ ਤਰ੍ਹਾਂ ਜਦੋਂ ਜ਼ਿਆਦਾ ਪੱਕ ਜਾਏ ਤਾਂ ਵੀ ਉਹ ਖ਼ਰਾਬ ਕਰਦਾ, ਅਤੇ ਉਹਦੇ ਵਿੱਚੋਂ ਕੁਦਰਤੀ ਤੌਰ 'ਤੇ ਹੀ ਜਿਵੇਂ ਸੜੇ ਹੋਏ ਗੰਢੇ ਦੀ ਬਦਬੂ ਜੀ ਆਉਣ ਲੱਗ ਜਾਂਦੀ, ਉਸ ਤਰੀਕੇ ਦੀ ਆਉਣ ਲੱਗ ਜਾਂਦੀ। ਯਾਨੀ ਕੁਦਰਤ ਨੇ ਰੱਖਿਆ ਕਿ ਇਹੀ ਸਮਾਂ ਜੇ, ਇਹਨੂੰ ਵਰਤੋ ਅਤੇ ਫਿਰ ਤੁਸੀਂ ਫਾਇਦਾ ਲੈ ਸਕਦੇ ਹੋ। ਮੈਡਮ ਬਾਜ਼ਾਰ ਦੇ ਵਿੱਚ ਜਾਈਏ, ਅਨਾਜ ਮੰਡੀ 'ਚ ਜਾਈਏ, ਉੱਥੇ ਸਬਜ਼ੀਆਂ ਬਹੁਤ ਮਿਲ ਜਾਣ। ਸਬਜ਼ੀ ਮੰਡੀ ਜਦੋਂ ਆਪਾਂ ਜਾਂਦੇ ਹਾਂ, ਪਰ ਉੱਥੇ ਪਿਆ ਜ਼ਰੂਰ ਦਿਖਦੇ ਆ ਇਸ ਕਟਹਲ ਨੂੰ, ਪਰ ਆਪਾਂ ਖਰੀਦਦੇ ਨਹੀਂ ਗੇ। ਪਤਾ ਨਹੀਂ ਕਿਹੋ ਜਿਹਾ ਹੋਊਗਾ, ਕਿਹੋ ਜਿਹਾ ਨਹੀਂ। ਦੱਸੋ ਕੀ ਬਣਦਾ ਕਿਹੋ ਜਿਹਾ ਹੈਗਾ ਇਹ ਫਲ ਬਾਰੇ ਦੱਸੋ, ਜਾਂ ਇਹ ਸਬਜ਼ੀ ਬਾਰੇ ਕੀ ਹੈ ਇਹ? ਦੇਖੋ, ਇਹਦੀਆਂ ਨਾ ਬਹੁਤ ਸਾਰੀਆਂ ਖੋਜਾਂ ਆਈਆਂ ਨੇ ਸਾਹਮਣੇ, ਜਿਸ ਸਦਕਾ ਅੱਜ ਆਪਾਂ ਨੂੰ ਗੱਲ ਕਰਨ ਦੀ ਲੋੜ ਪਈ।
ਉਹ ਖੋਜਾਂ ਵਿੱਚ ਤਾਂ ਸਾਹਮਣੇ ਆਈ ਇਹਦੀ ਚੀਜ਼ ਕਿ ਸ਼ੱਕਰ ਰੋਗੀਆਂ ਨੂੰ ਦਰਅਸਲ ਦਿੱਤਾ ਗਿਆ ਜਦੋਂ, ਉਹਦੇ ਵਿੱਚ ਦੇਖਿਆ ਗਿਆ ਕਿ ਇਹਦੇ ਵਿੱਚ ਲਗਭਗ ਇੰਨੀ ਕੁ ਤਗੜੀ ਇਹਦਾ ਅਸਰ ਹੁੰਦਾ ਹੈ ਇਨਸੂਲਿਨ ਵਰਗਾ ਕਿ ਇਹ ਸ਼ੱਕਰ ਦੀ ਮਾਤਰਾ ਇੱਕਦਮ ਘਟਾ ਦਿੰਦਾ ਹੈ। ਤੇ ਸ਼ੱਕਰ ਰੋਗੀਆਂ ਨੂੰ ਜਦੋਂ ਇਹ ਖਵਾਇਆ ਗਿਆ, ਵੇਖਿਆ ਗਿਆ ਇਹਦਾ ਬਹੁਤ ਫਾਇਦਾ ਹੈ। ਸੋ ਉਸ ਪੱਧਰ ਤੇ ਇਹਦੇ ਵਿੱਚ ਖੋਜ ਚੱਲੀ ਤੇ ਮੈਂ ਅੱਜ ਤੁਹਾਡੇ ਕੋਲ ਘੱਟੋ ਘੱਟ 7 ਖੋਜਾਂ ਦਾ ਨਿਚੋੜ ਲੈ ਕੇ ਆਈ ਹਾਂ ਵੀ ਪਤਾ ਲੱਗੇ ਇਹਦੇ ਵਿੱਚ ਕੀ ਜੇ। ਹੁਣ ਖੋਜਾਂ ਅਸਲ 'ਚ ਹੁੰਦੀਆਂ ਬੜੀਆਂ ਮਜ਼ੇਦਾਰ ਨੇ, ਕਦੇ ਚੂਹੀਆਂ ਤੇ ਕੀਤੀ ਗਈ, ਕਦੇ ਖਰਗੋਸ਼ਾਂ ਤੇ ਕੀਤੀ ਗਈ। ਸੋ ਉਹਦੇ ਵਿੱਚ ਜਦੋਂ ਇਹਦੀਆਂ ਖੋਜਾਂ ਲੱਭੀਆਂ ਨੇ, ਇਹਦੇ ਵਿੱਚ ਹੁਣ ਇਹ ਆਇਆ ਕਿ ਇਹਦੇ ਵਿੱਚ ਭਾਵੇਂ ਸੇਬ ਹੋਏ, ਖੁਰਮਾਨੀ ਹੋਏ, ਕੇਲਾ ਹੋਏ, ਐਵੋਕੈਡੋ ਜੋ ਕਿ ਬੜੇ ਅਸੀਂ ਆਮ ਵਰਤੋਂ ਵਿੱਚ ਲਿਆਉਂਦੇ ਹਾਂ, ਉਹਨਾਂ ਤੋਂ ਹਾਲਾਂਕਿ ਆਪਾਂ ਨੂੰ ਪਤਾ ਐਵੋਕੈਡੋ ਦਾ ਤੇਲ ਕੀ, ਕਰੀਮਾਂ ਕੀ, ਸ਼ੈਂਪੂ ਕੀ, ਕੁਛ ਨਹੀਂ ਛੱਡਿਆ ਉਹਦੇ ਤੋਂ, ਪਰ ਸਟਿਲ ਉਹਦੇ ਵਿੱਚ ਜਿੰਨੇ ਮਿਨਰਲ ਤੇ ਵਾਈਟਮਿਨ ਨੇ ਉਹਨਾਂ ਸਾਰਿਆਂ ਤੋਂ ਇਹਦੇ ਵਿੱਚ ਕਿਤੇ ਵੱਧ ਨੇ। ਹੁਣ ਇਹਦੇ ਵਿੱਚ ਨਾ ਸਿਰਫ ਵਰਤੋਂ ਕਿਵੇਂ ਕਰਨੀ ਹੈ ਬਲਕਿ ਉਹਦੀ ਕੁਛ ਬੜੀਆਂ ਇਹਦੀਆਂ ਸਪੈਸ਼ਲ ਇੰਸਟਰਕਸ਼ਨਸ ਵੀ ਦਿੱਤੀਆਂ ਗਈਆਂ ਨੇ ਵੀ ਉਦੋਂ ਇਹਨਾਂ ਨੂੰ ਨਹੀਂ ਵਰਤਣਾ ਕਿ ਕਿਤੇ ਤੁਸੀਂ ਦਬਾ ਦਬ ਇਹਨੂੰ ਖਾਣਾ ਸ਼ੁਰੂ ਕਰ ਦਿਓ ਰੋਜ਼। ਸੋ ਉਹਦੇ ਵਿੱਚ ਵੀ ਬੜਾ ਇੱਕ ਸਿਸਟਮ ਜੇ। ਹੁਣ ਫੋਰ ਐਗਜ਼ਾਮਪਲ ਜਿਹੜੇ ਇਹ ਕੇਸ ਟਰਾਈ ਕੀਤੇ ਗਏ ਉਹਦੇ ਵਿੱਚ ਇੱਕ ਬਲੱਡ ਪ੍ਰੈਸ਼ਰ ਦੇ ਰੋਗੀਆਂ 'ਤੇ ਪਹਿਲਾਂ ਖੋਜ ਕੀਤੀ ਗਈ ਸੀ। ਹੁਣ ਇਹ ਦੇਖਣ ਵਿੱਚ ਆਇਆ ਕਿ ਜਿਹੜੇ ਬਲੱਡ ਪ੍ਰੈਸ਼ਰ ਵਾਲੇ ਰੋਗੀਆਂ ਨੂੰ ਦਵਾਈਆਂ ਦੇ ਨਾਲ ਨਾਲ ਕਟਹਲ ਖਾਣ ਨੂੰ ਦਿੱਤਾ ਗਿਆ ਸੀ, ਉਹਨਾਂ ਦੇ ਵਿੱਚ ਬਲੱਡ ਪ੍ਰੈਸ਼ਰ ਛੇਤੀ ਕਾਬੂ ਵਿੱਚ ਆਇਆ ਤੇ ਉਹਨਾਂ ਨੂੰ ਕੋਈ ਸਾਈਡ ਇਫੈਕਟ ਵੀ ਨਹੀਂ ਦਿਸਿਆ। ਤੇ ਹੌਲੀ ਹੌਲੀ ਕੀਤਾ ਗਿਆ ਕਿ ਜਿਹੜੀ ਉਹਨਾਂ ਦੀ ਦਵਾਈਆਂ ਦੀ ਖੁਰਾਕ ਸੀ ਉਹ ਅੱਧੀ ਕਰ ਦਿੱਤੀ ਗਈ ਤੇ ਫਿਰ ਵੀ ਉਹ ਸਟੇਬਲ ਰਹੇ, ਜਦੋਂ ਕਿ ਕਟਹਲ ਉਹਨਾਂ ਨੂੰ ਹਫਤੇ ਵਿੱਚ 5 ਦਿਨ ਖਾਣ ਨੂੰ ਦਿੱਤਾ ਜਾਂਦਾ ਰਿਹਾ। ਹੁਣ ਕਾਰਨ ਕੀ ਸੀ? ਇਹਦੇ ਵਿੱਚ ਪੋਟਾਸ਼ੀਅਮ ਹੈ ਕਾਫੀ ਜ਼ਿਆਦਾ, ਜਿਹੜਾ ਕੁਦਰਤੀ ਤਰੀਕੇ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਕਾਬੂ ਵਿੱਚ ਰੱਖਦਾ ਤੇ ਦਿਲ ਦੇ ਰੋਗ ਵੀ ਨਹੀਂ ਹੋਣ ਦਿੰਦਾ, ਹੱਡੀਆਂ ਵੀ ਤਗੜੀਆਂ ਰੱਖਦਾ। ਸੋ ਇੱਕ ਤਰੀਕੇ ਬਲੱਡ ਪ੍ਰੈਸ਼ਰ ਦੇ ਰੋਗੀਆਂ ਲਈ, ਯਾਨੀ ਇਹ ਜੇ ਰੈਗੂਲਰ ਤੌਰ ਤੇ ਖਾਣ, ਕਿੰਨਾ ਖਾਣ ਉਹ ਆਪਾਂ ਅੱਗੋਂ ਗੱਲ ਕਰਦੇ ਹਾਂ, ਉਹਨਾਂ ਲਈ ਕਾਫੀ ਫਾਇਦੇਮੰਦ ਸਾਬਤ ਹੋਇਆ। ਹੁਣ ਇਸੇ ਤਰ੍ਹਾਂ ਚਮੜੀ ਲਈ ਇਹਦੇ ਵਿੱਚ ਵਿਟਾਮਿਨ ਸੀ ਜੇ, ਜਿਹੜਾ ਨਾ ਤਾਂ ਛੇਤੀ ਝੁਰੜੀਆਂ ਪੈਣ ਦਿੰਦਾ, ਚਮੜੀ ਠੀਕ ਰੱਖਦਾ। ਤੇ ਸਭ ਤੋਂ ਮਜ਼ੇਦਾਰ ਗੱਲ ਕਿ ਜਿਹੜੀ ਸੂਰਜ ਦੀ ਰੋਸ਼ਨੀ ਨਾਲ ਜੋ ਅਸੀਂ ਕਹਿੰਦੇ ਹਾਂ ਚਮੜੀ ਖਰਾਬ ਹੁੰਦੀ ਹੈ ਜਾਂ ਕੈਂਸਰ ਹੋਣ ਦਾ ਖਤਰਾ ਹੋ ਜਾਂਦਾ ਹੈ ਜਾਂ ਜਿਹੜੇ ਦਾਗ ਪੈਣ ਲੱਗ ਜਾਣ ਸਨ ਦੇ ਨਾਲ, ਜਾਂ ਯੂਵੀ ਰੇਜ਼ ਦੇ ਜਿੰਨੇ ਵੀ ਡੇਂਜਰਸ ਸਾਈਡ ਇਫੈਕਟਸ ਅਸੀਂ ਗਿਣਦੇ ਹਾਂ, ਉਹ ਸਿਰਫ ਤੇ ਸਿਰਫ ਕਟਹਲ 'ਚ ਹੈ ਜਿਹੜਾ ਸਾਡੇ ਉਹ ਮਾੜੇ ਅਸਰ ਚਮੜੀ ਤੇ ਧੁੱਪ ਦੇ ਨਹੀਂ ਪੈਂਦੇ। ਦੋ ਬਿਮਾਰੀਆਂ ਤਾਂ ਤੁਸੀਂ ਦੀ ਦੱਸਤੀਆਂ, ਇੱਕ ਚਮੜੀ ਦੀ, ਦੂਜੀ ਬੀਪੀ ਦੀ। ਹੋਰ ਕਿਹੜੇ ਕਿਹੜੇ ਵਾਸਤੇ ਫਾਇਦੇ ਚ? ਹੁਣ ਹੋਰ ਦੇਖੋ ਇਹਦੇ ਵਿੱਚ, ਹੁਣ ਕਮਾਲ ਦੇਖੋ ਕਿ ਕੈਂਸਰ ਦੇ ਰੋਗੀਆਂ ਤੇ ਇਹ ਅਜ਼ਮਾਇਆ ਗਿਆ। ਜਿਹੜੀ ਕੈਂਸਰ ਤੇ ਰੋਗੀਆਂ ਦੀ ਜੋ ਖੋਜ ਜੇ ਉਹ ਅਜੇ ਚੱਲ ਰਹੀ ਹੈ। ਮੈਂ ਉਹਦਾ ਪਹਿਲਾਂ ਨਿਚੋੜ ਕੱਢਾਂ ਉਹ ਮਾੜੀ ਗੱਲ ਹੋਏਗੀ, ਪਰ ਜਿੰਨੀ ਕੁ ਹੁਣ ਤੱਕ ਦੇ ਅਸਰ ਦਿਸ ਰਹੇ ਨੇ ਪੋਜ਼ਿਟਿਵ ਨੇ, ਉਹ ਇਸ ਤਰੀਕੇ ਕਿ ਇਹ ਕੈਂਸਰ ਕਿਉਰ ਤਾਂ ਨਹੀਂ ਕਰ ਸਕਦਾ, ਪਰ ਇਹਦੇ ਵਿਚਲੇ ਐਂਟੀਆਕਸੀਡੈਂਟਸ ਇੰਨੇ ਕੁ ਤਗੜੇ ਨੇ ਕਿ ਇਹ ਉਹਨਾਂ ਦੀ ਕੈਂਸਰ ਰੋਗੀਆਂ ਦੀ ਬਿਮਾਰੀ ਨਾਲ ਲੜਨ ਦੀ ਤਾਕਤ ਲੰਮੇ ਸਮੇਂ ਤੱਕ ਬਣਾਈ ਰੱਖਦਾ। ਯਾਨੀ ਜੇ ਅਸੀਂ ਇਹਨੂੰ ਰੈਗੂਲਰ ਖਾਂਦੇ ਰਹੀਏ ਤਾਂ ਪ੍ਰੀਵੈਂਟਿਵ, ਜਿਸ ਟੱਬਰ ਵਿੱਚ ਜਿਵੇਂ ਆਪਾਂ ਨੂੰ ਦਿਸ ਜਾਏ ਕਿ ਕੈਂਸਰ ਹੁੰਦਾ, ਸੋ ਉਹ ਟੱਬਰ ਵਾਲੇ ਜੇ ਅਸੀਂ ਕਹੀਏ ਕਿ ਰੈਗੂਲਰ ਤੌਰ 'ਤੇ ਪਹਿਲਾਂ ਹੀ ਅੱਗੋਂ ਬੱਚੇ ਇਹਨਾਂ ਨੂੰ ਸ਼ੁਰੂ ਕਰ ਦੇਣ ਖਾਣਾ ਕਿ ਹਫਤੇ 'ਚ 5 ਦਿਨ ਲੈ ਰਹੇ ਨੇ, ਤਾਂ ਉਹ ਇਹੋ ਜਿਹੀ ਬਿਮਾਰੀ ਤੋਂ, ਖਾਸ ਤੌਰ 'ਤੇ ਜੇ ਅਸੀਂ ਬਹੁਤਾ ਗੰਦ ਬਲਾ ਨਾ ਖਾਂਦੇ ਹੋਈਏ, ਤਾਂ ਇਸ ਬਿਮਾਰੀ ਤੋਂ ਬਚਾਓ ਹੋ ਸਕਦਾ ਹੈ। ਅਤੇ ਦੂਸਰੀ ਇੰਪੋਰਟੈਂਟ ਗੱਲ ਕਿ ਇਹ ਜਿਵੇਂ ਅਸੀਂ ਜਦੋਂ ਕੈਂਸਰ ਦੀਆਂ ਮੈਡੀਸਿਨਸ ਖਾਂਦੇ ਹਾਂ ਉਹਦੇ ਵੀ ਸਾਈਡ ਇਫੈਕਟਸ ਬਹੁਤ ਜ਼ਿਆਦਾ ਹੁੰਦੇ ਨੇ। ਸੋ ਇਹਦੇ ਵਿਚਲੀ ਸੰਪੂਰਨ ਜੋ ਚੀਜ਼ ਹੈ ਜੋ ਕਿ ਸਾਨੂੰ ਥੋੜ੍ਹਾ ਜਿਹਾ ਪੋਜ਼ੀਟਿਵ ਐਟੀਟਿਊਡ ਟੂਵਰਡਸ ਲਾਈਫ, ਸਾਨੂੰ ਥੋੜ੍ਹਾ ਜਿਹਾ ਹਾਰਮੋਨਲ, ਜਿਵੇਂ ਸਾਨੂੰ ਬੈਟਰ ਫੀਲ ਕਰਨ ਵਾਲੇ ਜਿਵੇਂ ਅੰਦਰਲੇ ਰਸ ਨਿਕਲਦੇ ਨੇ, ਉਹਨਾਂ ਵਿੱਚ ਮਦਦ ਕਰਦਾ। ਸੋ ਇੱਕ ਤਾਂ ਕੈਂਸਰ ਦੇ ਰੋਗੀ ਨੂੰ ਵੈਸੇ ਹੀ ਜਿਹੜੀ ਢਹਿੰਦੀ ਕਲਾਣੀ ਆ ਉਹਦੇ ਤੋਂ ਥੋੜ੍ਹਾ ਜਿਹਾ ਬਚਾਅ ਹੋ ਜਾਂਦਾ, ਅਤੇ ਨਾਲੋਂ ਨਾਲ ਜੋ ਇਹਦੇ ਪੋਜ਼ੀਟਿਵ ਵੇ ਹੈਗੀ ਟੂਵਰਡਸ ਲਾਈਫ, ਅਤੇ ਫਿਰ ਕੈਂਸਰ ਦੇ ਸੈੱਲਾਂ ਨਾਲ ਲੜਨ ਦੀ ਤਾਕਤ। ਸੋ ਇਹ 3 ਚੀਜ਼ਾਂ ਨੇ ਜਿਹੜੀਆਂ ਕਟਹਲ ਨੂੰ ਕੈਂਸਰ ਦੇ ਪੇਸ਼ੈਂਟਸ ਦੇ ਲਈ ਅਸੀਂ ਟਰਾਇਲ ਵਜੋਂ ਜੋ ਦਿੱਤੀ ਜਾ ਰਹੀ ਹੈ ਹੁਣ, ਉਹਦੇ ਫਾਈਨਲ ਰਿਜ਼ਲਟਸ ਜਦੋਂ ਆਉਣਗੇ, ਪਰ ਹਾਲੇ ਤੱਕ ਦੇ ਉਹਦੇ ਬੜੇ ਸਾਰਥਕ ਨਤੀਜੇ ਨਿਕਲ ਰਹੇ ਨੇ। ਬਿਮਾਰੀਆਂ ਤੁਸੀਂ ਦੱਸੀਆਂ ਕਿ ਇਹਨਾਂ ਬਿਮਾਰੀਆਂ ਦੇ ਵਿੱਚ ਇਹ ਕਾਰਗਰ ਸਾਬਤ ਹੋ ਸਕਦਾ, ਇਹਨੂੰ ਬਣਾਉਣ ਦੀ ਵਿਧੀ ਕੀ ਹੈ? ਖਾਣਾ ਕਿੱਦਾਂ ਚਾਹੀਦਾ ਇਹਨੂੰ? ਜੀ,
ਕਿਉਂਕਿ ਹਰ ਇੱਕ ਬਿਮਾਰੀ ਲਈ ਵੱਖਰਾ ਜੇ, ਸੋ ਮੈਂ ਪਹਿਲਾਂ ਤੁਹਾਨੂੰ ਬਿਮਾਰੀਆਂ ਗਿਣਾ ਦੇਵਾਂ ਤਾਂ ਫਿਰ ਹਰ ਬਿਮਾਰੀ ਲਈ ਇਹਨੂੰ ਖਾਣ ਦਾ ਤਰੀਕਾ ਤੇ ਇਹਨੂੰ ਬਣਾਉਣ ਦਾ ਤਰੀਕਾ ਵੀ ਵੱਖਰਾ। ਸੋ ਇਸੇ ਤਰ੍ਹਾਂ ਥਾਇਰੋਇਡ ਦੇ ਹਾਰਮੋਨਸ ਕਿਸੇ ਵੀ ਹੋਰ ਫਰੂਟ ਦੇ ਵਿੱਚ ਜਾਂ ਕਿਉਂਕਿ ਇਹਨੂੰ ਅਸੀਂ ਬਣਾਉਂਦੇ ਸਬਜ਼ੀਆਂ ਮੈਂ ਦੱਸਿਆ ਪਰ ਹੈ ਫਲ ਹੈ, ਕਿਸੇ ਵੀ ਤਰ੍ਹਾਂ ਦੇ ਜਿਵੇਂ ਆਪਾਂ ਦੇਖ ਰਹੇ ਹਾਂ ਹੁਣ ਤੱਕ ਦੇ ਫਲਾਂ 'ਚੋਂ ਸਿਰਫ ਇਹੋ ਇੱਕ ਹੈ ਜਿਹਦਾ ਥਾਇਰੋਇਡ ਦੇ ਹਾਰਮੋਨ ਵਿੱਚ ਬੜਾ ਇਫੈਕਟਿਵ ਹੈ, ਤੇ ਉਹ ਵੀ ਇਹਦੇ 'ਚ ਮੈਗਨੀਸ਼ੀਅਮ, ਲੋਹ ਕਣ ਤੇ ਕਾਪਰ ਜੋ ਪ੍ਰੋਪਰ ਡੋਸੇਜ ਵਿੱਚ ਨੇ ਜਿੰਨੀ ਕਿ ਸਾਡੀ ਕੁਦਰਤੀ ਤੌਰ 'ਤੇ ਥਾਇਰੋਇਡ ਨੂੰ ਚਾਹੀਦਾ। ਸੋ ਥਾਇਰੋਇਡ ਦੇ ਜਿਹੜੇ ਰੋਗੀ ਨੇ ਉਹਨਾਂ ਨੂੰ ਵੀ ਕਟਹਲ ਖਾਣਾ ਪੈਣਾ ਹੀ ਹੈ। ਇਸੇ ਤਰ੍ਹਾਂ ਹੁਣ ਅੱਖਾਂ ਲਈ ਬਿਹਤਰੀਨ ਹੈ, ਮਤਲਬ ਇਸ 'ਚ ਵਿਟਾਮਿਨ ਏ ਜੇ ਜਿਹਦੇ ਨਾਲ ਛੇਤੀ ਨਜ਼ਰ ਨਹੀਂ ਘਟੇਗੀ, ਅੱਖਾਂ ਤੰਦਰੁਸਤ ਰਹਿਣਗੀਆਂ। ਉਸੇ ਤਰ੍ਹਾਂ ਇਹਦੇ ਵਿੱਚ ਮੈਕੂਲਰ ਡੀਜਨਰੇਸ਼ਨ ਜੋ ਸਾਡੀ ਨਜ਼ਰ ਘਟਾ ਦਿੰਦੀ ਹੈ, ਜਾਂ ਜਿਹੜੇ ਚਿੱਟਾ ਮੋਤੀਆ ਹੁੰਦਾ ਉਹਨੂੰ ਲੇਟ ਤੱਕ ਹੋਣ ਤੋਂ ਰੋਕਦਾ ਜੇ ਇਹੋ ਜਿਹਾ ਇਹ ਫਲ ਜਾਂ ਸਬਜ਼ੀ ਜੋ ਵੀ ਹੁਣ ਤੁਸੀਂ ਕਹੋ। ਪਰ ਕੁਦਰਤ ਨੇ ਇਹ ਫਲ ਇੰਨਾ ਬੇਸ਼ਕੀਮਤੀ ਦਿੱਤਾ ਜੇ। ਅਜੇ ਇੱਥੇ ਬਸ ਨਹੀਂ, ਇਹਦੇ ਜਿਹੜੇ ਫਾਈਬਰ ਬਹੁਤ ਕਿਉਂਕਿ ਇਸ 'ਚ ਹਾਈ ਹੈ, ਸੋ ਉਹਦੇ ਕਾਰਨ ਇਹ ਅੰਤੜੀਆਂ ਦੇ ਜਿਨ੍ਹਾਂ 'ਚ ਕਿ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਇਨਫਲੇਮੇਟਰੀ ਬਾਵਲ ਡਿਜ਼ੀਜ਼ ਜਾਂ ਬੜਿਆਂ ਨੂੰ ਟੱਟੀਆਂ ਲੱਗਦੀਆਂ ਰਹਿੰਦੀਆਂ, ਕਿਸੇ ਨੂੰ ਕਬਜ਼, ਸੋ ਉਹਨਾਂ ਲਈ ਵੀ ਬਿਹਤਰੀਨ ਹੈ। ਯਾਨੀ ਇਹਨਾਂ ਤੋਂ ਇਲਾਵਾ ਵੀ ਬਹੁਤ ਨੇ, ਪਰ ਮੈਂ ਆਪਾਂ ਦਸੀਏ ਕਿ ਕਿਹੜੇ ਪੋਜ਼ੀਟਿਵ ਤੇ ਕਿਹੜੇ ਨੈਗੇਟਿਵ ਇਹਦੇ ਕਿਵੇਂ ਆਪਾਂ ਨੂੰ ਪਤਾ ਹੋਵੇ, ਨਾ ਹੋਏ ਕਿ ਅਸੀਂ ਰੋਜ਼ ਸਬਜ਼ੀ ਬਣਾ ਖਾਈ ਜਾਈਏ, ਪਰ ਇਹਦੇ ਮਾੜੇ ਅਸਰ ਵੀ ਨੇ। ਫਿਰ ਇਹਦੇ ਵਿੱਚ ਖਾਸ ਤੌਰ 'ਤੇ ਜੋ ਇਹਦੇ ਵਿੱਚ ਮੈਂ ਹੁਣ ਤੁਹਾਨੂੰ ਇੱਕ ਖੋਜ ਦਾ ਹੀ ਦੱਸਣਾ ਚਾਹੁੰਦੀ ਹਾਂ ਕਿ ਇਹਦੇ ਇੱਕ ਕੱਪ ਵਿੱਚ ਲਗਭਗ 157 ਕੈਲੋਰੀਜ਼ ਨੇ ਜੋ ਨਿਕਲੀਆਂ ਨੇ, ਜਿਨ੍ਹਾਂ 'ਚ 2 ਗ੍ਰਾਮ ਥਿੰਦਾ ਜੇ, 38 ਗ੍ਰਾਮ ਕਾਰਬੋਹਾਈਡਰੇਟ, ਪਰ 3 ਗ੍ਰਾਮ ਪ੍ਰੋਟੀਨ। ਮੈਂ ਤਾਂ ਜ਼ਿਕਰ ਕੀਤਾ ਪ੍ਰੋਟੀਨ ਦਾ ਕਿ ਇਹਨੂੰ ਅਸੀਂ ਸ਼ਾਕਾਹਾਰੀ ਮੀਟ ਦਾ ਨਾਂ ਦੇ ਦਿੱਤਾ ਗਿਆ। ਇੰਨੀ ਜ਼ਬਰਦਸਤ 3 ਗ੍ਰਾਮ ਪ੍ਰੋਟੀਨ 100 ਗ੍ਰਾਮ ਦੇ ਵਿੱਚ, ਸਮਝ ਲਓ ਕਿ ਨੇੜੇ ਤੇੜੇ ਅੰਡੇ ਦੇ ਪਹੁੰਚ ਗਈ ਆ, ਤੁਸੀਂ ਚਿਕਨ ਜਾਂ ਮੀਟ ਦੇ ਨੇੜੇ ਤੇੜੇ ਪਹੁੰਚੇ ਪਏ ਹੋ। ਸੋ ਇਹ ਪ੍ਰੋਟੀਨ ਜਿਸ ਨੂੰ ਲੋੜ ਹੋਵੇ ਕਮੀ, ਯਾਨੀ ਜੇ ਕੋਈ ਅਸੀਂ ਕਹਿ ਦਿੰਦੇ ਹਾਂ ਕਿ ਗਰੀਬਾਂ ਦਾ ਜੇ ਮੀਟ ਹੈ ਤਾਂ ਕਟਹਲ ਬੜੇ ਵਧੀਆ ਤਰੀਕੇ ਤੁਹਾਨੂੰ ਪ੍ਰੋਟੀਨ ਦੇ ਸਕਦਾ। ਇੱਥੋਂ ਤੱਕ ਕਿ ਇੱਕ ਲੈਵਲ ਆਈ ਸੀ, ਮੈਂ ਕਿਉਂਕਿ ਤੁਹਾਡਾ ਪ੍ਰੋਗਰਾਮ ਦੂਰ ਤੱਕ ਦੇਖਿਆ ਜਾਂਦਾ, ਸ਼ਾਇਦ ਕਿਸੇ ਦੇ ਕੰਨੀ ਪੈ ਜਾਏ, ਕਿ ਜਦੋਂ ਅਸੀਂ ਸਰਕਾਰੀ ਸਕੂਲਾਂ ਵਿੱਚ ਖੁਰਾਕ ਦਿੰਦੇ ਹਾਂ ਤਾਂ ਪਿੰਨੀਆਂ ਉਹਦੇ ਵਿੱਚੋਂ ਵੀ ਕਹਿੰਦੇ ਨੇ ਕਿ ਦੇਸੀ ਘਿਓ ਕੱਢ ਲਿਆ ਕਿਸੇ ਨੇ ਜਾਂ ਕੁਛ ਕਰ ਲਿਆ। ਜੇ ਕਿਤੇ ਕਟਹਲ ਦਾ ਅਚਾਰ ਕਿੰਨਾ ਕੁ ਕੱਢ ਲੈਣਗੇ। ਅਸੀਂ ਉਸ ਬੱਚੇ ਨੂੰ ਜੋ ਕਿ ਲਗਭਗ ਮੁਫਤ ਮਿਲਦੀ ਰਾਗੀ ਇੱਥੇ ਆਮ ਗਮਲਿਆਂ 'ਚ ਲੱਗੀ ਹੋਈ, ਜੋ ਕਿ ਅਵਾਰਾ ਹੀ ਕਹਿ ਲਓ ਉੱਗ ਜਾਂਦੀ, ਉਹੀ ਰਾਗੀ ਦੇ ਆਟੇ ਦੇ ਨਾਲ ਜੇ ਕਟਹਲ ਦਾ ਅਚਾਰ ਦੇ ਦਿੱਤਾ ਜਾਏ ਤਾਂ ਸਾਡੇ ਪੰਜਾਬ ਵਿੱਚੋਂ ਘੱਟੋ ਘੱਟ ਪ੍ਰੋਟੀਨ ਦੀ ਕਮੀ ਜਾਂ ਮੈਲ ਨਿਊਟ੍ਰੀਸ਼ਨ ਵਰਗੀਆਂ ਚੀਜ਼ਾਂ ਕਾਫੀ ਹੱਦ ਤੱਕ ਅਸੀਂ ਕਾਬੂ ਕਰ ਸਕਦੇ ਹਾਂ। ਭੁੱਜੇ ਹੋਏ ਛੋਲੇ ਜਿਸ 'ਚ ਮੇਰਾ ਖਿਆਲ ਹੈ ਕੋਈ ਮਿਲਾਵਟ ਨਹੀਂ ਕਰ ਸਕਦਾ, ਤੇ ਨਾਲ ਕਟਹਲ ਦਾ ਅਚਾਰ, ਤੇ ਨਾਲ ਜੇ ਇਹ ਅਸੀਂ ਰਾਗੀ ਦਾ ਫੁਲਕਾ, ਜੇ ਕੋਈ ਵੀ ਇਸ ਤਰ੍ਹਾਂ ਦੀ ਨਿੱਕੀ ਜਿਹੀ ਚੀਜ਼ ਅਸੀਂ ਕਰਕੇ ਦੇ ਸਕੀਏ ਪਿੰਡਾਂ 'ਚ ਵੀ, ਬਹੁਤ ਸਾਡੇ ਇੱਕ ਤਾਂ ਬੱਚੇ ਗੰਦ ਬਲਾ ਖਾਣ ਤੋਂ ਬਚਣਗੇ ਤੇ ਇੱਕ ਇਹਨਾਂ ਬਿਮਾਰੀਆਂ ਤੋਂ ਵੀ ਬਚ ਜਾਣਗੇ। ਇਸ ਖੋਜ ਨਾਲ ਨਾ ਇੱਕ ਬੜੀ ਇੰਪੋਰਟੈਂਟ ਚੀਜ਼ ਦੱਸੀ ਗਈ ਸੀ। ਜੇ NRI ਵੀਰ ਭੈਣ ਮੇਰੇ ਸੁਣਦੇ ਹੋਣ, ਵੀ ਬਾਹਰ ਗਏ ਹੋ ਤਾਂ ਮੈਂ ਵੀ ਕਈ ਵਾਰ ਮੌਕਾ ਮਿਲਿਆ, ਤਾਂ ਮੈਂ ਦੇਖਿਆ ਕਿ ਉੱਥੇ ਵੱਡੇ ਵੱਡੇ ਜਿੰਨੇ ਅਸੀਂ ਕਹਿ ਲਓ ਹੋਟਲਾਂ ਵਿੱਚ ਜ਼ਿਆਦਾ ਸਾਡੇ ਨਹੀਂ ਜਾਂਦੇ NRI, ਉਹ ਕਾਫੀ ਮਹਿੰਗੇ ਗਿਣੇ ਜਾਂਦੇ ਨੇ, ਸੋ ਕਾਲਡ ਜਿਹੜੀ ਕਹਿ ਲਓ ਕਿ ਹਾਈ ਲੈਵਲ ਦੇ ਜਿਨ੍ਹਾਂ ਨੂੰ ਗਿਣਿਆ ਜਾਂਦਾ। ਅਤੇ ਸਾਡੇ ਜਿਹੜੇ ਆਪਣੇ ਨਾਲ ਦੇ ਵੀਰ ਭੈਣ ਨੇ ਉਹਨਾਂ ਦੀਆਂ ਜ਼ਿਆਦਾ ਪਾਰਟੀਜ਼ ਵੀ ਰੱਖਣੀਆਂ ਹੋਣ ਤਾਂ ਮੈਕਡੋਨਲਡਸ, ਪਿਜ਼ਾ, ਇੱਦਾਂ ਦੇ ਬਰਗਰਜ਼ ਉਹਨਾਂ ਏਰੀਆਜ਼ ਦੇ ਵਿੱਚ ਹੀ ਕੀਤੀ ਜਾਂਦੀ ਹੈ, ਜਿੱਥੇ ਅਸੀਂ ਜ਼ਿਆਦਾਤਰ ਉਹ ਖਾਣੇ ਲੈਂਦੇ ਹਾਂ ਜਿਹੜੇ ਪ੍ਰੀਜ਼ਰਵਡ ਜਾਂ ਪੈਕੇਜਡ ਜਾਂ ਉਸ ਤਰ੍ਹਾਂ ਦੀਆਂ ਚੀਜ਼ਾਂ ਬਣੀਆਂ ਹੋਣ। ਜਦ ਕਿ ਹੁਣ ਇਹ ਖੋਜ ਤੱਕ ਧਿਆਨ ਨਾਲ ਦੇਖਿਓ ਕਿ ਜਿੰਨੇ ਉਹਨਾਂ ਦੇ 5 ਸਟਾਰਸ ਜਾਂ ਹਾਈ ਲੈਵਲ ਜੋ ਹੋਟੇਲਸ ਨੇ ਉਹਨਾਂ 'ਤੇ ਜ਼ਿਆਦਾਤਰ ਸਗੋਂ ਤਾਜ਼ੀਆਂ ਸਬਜ਼ੀਆਂ, ਪੱਤੇ, ਫਲ ਉਹ ਸਰਵ ਹੁੰਦੇ ਨੇ ਜੋ ਕਿ ਬਹੁਤ ਮਹਿੰਗੇ ਦਿੱਤੇ ਜਾਂਦੇ ਨੇ। ਉਹਦੇ ਵਿੱਚ ਇਸ ਵੇਲੇ ਜੋ ਕਿ ਵਰਲਡ ਓਵਰ, ਹੁਣ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਕਿ ਉਹ ਸੂਪਸ ਆਉਂਦੇ ਨੇ ਤਾਜ਼ੇ ਪੱਤਿਆਂ ਦੇ,
ਜਾਂ ਸਬਜ਼ੀਆਂ ਤਾਜ਼ੀਆਂ ਕੱਟ ਕੇ ਹੀ ਦੇ ਦਿੰਦੇ ਨੇ ਕਿ ਫਰੈਸ਼ ਤੁਸੀਂ ਆਪਣੇ ਸਾਹਮਣੇ ਕੜਾਈ ਵੀ ਰੱਖੀ ਤੇ ਰਾਤੀ ਕੁ ਤੁਸੀਂ ਇਹਨੂੰ ਵਿੱਚ ਹਿਲਾ ਲਓ ਸਿੰਪਲ ਪਾਣੀ ਵਿੱਚ, ਤੇ ਉਹਦੇ ਵਿੱਚ ਇੱਕ ਕ੍ਰਿਸਪੀਸ ਪੈਂਦੇ ਨੇ ਜਿਹੜੇ ਰਾਗੀ ਦੇ ਆਟੇ ਦੇ ਨੇ। ਯਾਨੀ ਇਹ ਖੋਜ ਰਾਹੀਂ ਉਹ ਸਾਬਤ ਕਰ ਚੁੱਕੇ ਨੇ ਕਿ ਦੁਨੀਆ ਦੀ ਬਿਹਤਰੀਨ ਚੀਜ਼ ਜੇ ਅਸੀਂ ਗਿਣਦੇ ਹਾਂ ਤਾਂ ਉਹ ਤਾਜ਼ੇ ਪੱਤੇ ਜੋ ਅਸੀਂ ਸੁੱਟ ਦਿੰਨੇ ਆ, ਮੂਲੀ ਦੇ ਹੋਣ ਕਿ ਗੋਭੀ ਦੇ ਹੋਣ, ਅਸੀਂ ਪੱਤੇ ਸੁੱਟ ਦਿੰਨੇ ਆ। ਤੇ ਮੈਂ ਤੁਹਾਨੂੰ ਦੱਸ ਦਿਆਂ ਕਿ ਗੋਭੀ ਨਾਲੋਂ 7 ਗੁਣਾ ਵੱਧ ਉਹਦੇ ਪੱਤਿਆਂ ਦੇ ਵਿੱਚ ਖੁਰਾਕ ਜੇ, ਜਿਹੜੀ ਅਸੀਂ ਵੱਢ ਕੇ ਤੇ ਖੇਤ 'ਚ ਹੀ ਸੁੱਟ ਕੇ ਤੇ ਕੱਲੀ ਗੋਭੀ ਚੁੱਕ ਲਿਆਉਂਦੇ ਆ, ਉਹ ਅਸੀਂ ਫੋਕ ਖਾ ਰਹੇ ਹੁੰਨੇ ਆ। ਉਹਨਾਂ ਚੀਜ਼ਾਂ ਨੂੰ ਸਮਝ ਚੁੱਕੇ ਨੇ, ਵਿਸ਼ਵ ਪੱਧਰ ਤੇ ਇਹ ਚੀਜ਼ਾਂ ਬਿਹਤਰੀਨ ਨੇ ਕਿ ਗੋਭੀ ਦੇ ਪੱਤੇ, ਮੂਲੀ ਦੇ ਪੱਤੇ, ਪਾਲਕ ਜਾਂ ਮੇਥੀ, ਜਾਂ ਤੁਸੀਂ ਇਹ ਜਿਹੜਾ ਅਸੀਂ ਆਮ, ਮੈਂ ਤਾਂ ਉਹੀ ਕਹਿ ਰਹੀ ਹਾਂ ਵੀ ਅਸੀਂ ਸਾਬੂਦਾਣਾ ਵਗੈਰਾ ਅਸੀਂ ਤਾਂ ਗਿਣਦੇ ਹੀ ਨਹੀਂ ਵੀ ਇਹ ਚੀਜ਼ਾਂ ਤਾਂ ਪੁਰਾਣੇ ਜ਼ਮਾਨੇ ਦੀਆਂ ਨੇ, ਅਸੀਂ ਅਗਾਂਹ ਵਧੂ ਹਾਂ ਤੇ ਅਸੀਂ ਤਾਂ ਬਰਗਰ ਜਾਂ ਪਿਜ਼ਾ ਖਾਣੇ ਨੇ। ਇਹ ਪਾਰਟੀ ਸਾਡੇ NRI ਵੀਰ ਭੈਣ ਵੀ ਉੱਥੇ ਕਰ ਰਹੇ ਨੇ। ਜੇ ਉਹਨਾਂ ਦੇ ਹਾਈ ਲੈਵਲ ਲੋਕ ਉਸ ਥਾਂ ਤੇ ਜਾ ਕੇ ਸਮਝ ਚੁੱਕੇ ਨੇ ਇਹ ਜ਼ਰੂਰੀ ਨੇ, ਤੇ ਅਸੀਂ ਉਹ ਗਰੀਬਾਂ ਦਾ ਅੰਨ ਮੰਨ ਲਿਆ ਵੀ ਇਹ ਚੀਜ਼ ਜੇ ਅਸੀਂ ਗੋਭੀ ਅਸੀਂ ਲੈ ਗਏ ਹਾਂ ਤੇ ਬਾਕੀ ਬਚਿਆ ਖੁਚਿਆ ਇਹ ਗਰੀਬ ਖਾਣ। ਤੇ ਕੁਦਰਤ ਨੇ ਕਿਆ ਕਮਾਲ ਕੀਤਾ ਕਿ ਉਹ ਸਾਰੀ ਦੀ ਸਾਰੀ ਖੁਰਾਕ ਉਸੇ ਵਿੱਚ ਭਰ ਕੇ ਦਿੱਤੀ ਹੈ ਕਿ ਇਹ ਮੇਰੇ ਉਹ ਗਰੀਬ ਬੱਚੇ ਜਿਹੜੇ ਨਹੀਂ ਅਫੋਰਡ ਕਰ ਸਕਦੇ, ਮੈਂ ਬਿਮਾਰੀ ਨਾਲ ਲੜਨ ਦੀ ਤਾਕਤ ਜਾਂ ਬਿਮਾਰੀਆਂ ਨਾ ਹੋਣ ਦੀ ਤਾਕਤ ਉਹਦੇ ਵਿੱਚ ਪਾ ਕੇ ਭੇਜ ਰਿਹਾ, ਜਿਹਦੇ 'ਚ ਤੁਸੀਂ ਆਪ ਹੀ ਸਮਝ ਲਓ। ਜਦੋਂ ਆਪਾਂ ਅਗਲੇ ਪ੍ਰੋਗਰਾਮ ਸਵਾਲਾਂ ਦੇ ਜਵਾਬ ਦੇਣੇ ਨੇ ਤੇ ਉਹਦੇ 'ਚ ਜਦੋਂ ਆਪਾਂ ਦੱਸਾਂਗੇ ਗੋਭੀ ਦੇ ਵਿੱਚ ਕਿੰਨੀ ਪ੍ਰੋਟੀਨ ਹੈ ਤੇ ਪੱਤਿਆਂ ਵਿੱਚ ਕਿੰਨੀ, ਤਾਂ ਸਮਝ ਆ ਜਾਏਗੀ ਕਿ ਅਸੀਂ ਕੀ ਖਾ ਰਹੇ ਹਾਂ। ਹੁਣ ਇਹਦੇ ਵਿੱਚ ਹੀ ਜਿਹੜੀ ਉਹਨਾਂ ਨੂੰ ਸੰਪੂਰਨ ਖੁਰਾਕ ਬਣਾਉਣ ਲਈ, ਮੈਂ ਵਾਰ-ਵਾਰ ਜਿਵੇਂ ਰਾਗੀ ਦਾ ਨਾਂ ਲਿਆ, ਰਾਗੀ ਦਾ ਆਟਾ ਜੇ ਤੁਸੀਂ ਵਰਤ ਰਹੇ ਹੋ ਤੇ ਉਹਦੇ ਵਿੱਚ ਜੇ ਤੁਸੀਂ 2-3 ਚੀਜ਼ਾਂ ਮਿਕਸ ਕਰ ਲਵੋ ਤੇ ਨਾਲ ਕਟਹਲ ਦੀ ਸਬਜ਼ੀ ਜਾਂ ਅਚਾਰ ਜੇ ਤੁਸੀਂ ਵਰਤ ਰਹੇ ਹੋ, ਉਹਨੂੰ ਕੱਟਣ ਦਾ ਮੈਂ ਜ਼ਰੂਰ ਢੰਗ ਦੱਸਾਂਗੀ ਕਿਉਂਕਿ ਇਹਦੇ ਨਾ ਕੱਟਣ ਦਾ ਢੰਗ ਇਹੋ ਜਿਹਾ ਵੱਖ ਹੈ ਕਿ ਜੇ ਉਸ ਤੋਂ ਤੁਸੀਂ ਬਗੈਰ ਵਰਤਦੇ ਹੋ ਤੇ ਸ਼ਾਇਦ ਤੁਹਾਡਾ ਨੁਕਸਾਨ ਹੋ ਸਕਦਾ ਹੈ। ਸੋ ਉਹਦੇ ਬਣਾਉਣ ਦੇ ਤਰੀਕੇ ਜ਼ਰੂਰ ਮੈਂ ਦੱਸਣਾ ਚਾਹੁੰਦੀ ਹਾਂ। ਪਹਿਲੀ ਚੀਜ਼ ਤਾਂ ਇਹਨੂੰ ਤੁਸੀਂ ਐਜ਼ ਸੱਚ ਕੱਟ ਨਹੀਂ ਸਕਦੇ ਅਨਲੈਸ ਤੁਸੀਂ ਦਸਤਾਨੇ ਪਾਏ ਹੋਣ ਜਾਂ ਹੱਥ 'ਤੇ ਤੇਲ ਲੱਗਿਆ ਹੋਵੇ। ਚਾਕੂ 'ਤੇ ਵੀ ਤੇ ਹੱਥ 'ਤੇ ਵੀ ਤੇਲ ਲਾਏ ਬਗੈਰ ਤੁਸੀਂ ਇਹਨੂੰ ਕੱਟ ਨਹੀਂ ਸਕਦੇ, ਇੰਨੀ ਸਵੀਅਰ ਅਲਰਜੀ ਕਰ ਦਿੰਦਾ ਕਿ ਕਈ ਵਾਰ ਤੁਹਾਡੀ ਕਿਹੜਾ ਹੋਵੇ ਮੈਮ ਤੇਲ? ਤੇਲ ਜਿਹੜਾ ਹੈ ਬੈਸਟ ਕੋਕੋਨਟ ਆਇਲ ਗਿਣਦੇ ਹਾਂ ਅਸੀਂ, ਜਾਂ ਜੇ ਤੁਸੀਂ ਬਣਾ ਹੀ ਸਰੋਂ ਦੇ ਤੇਲ 'ਚ ਰਹੇ ਹੋ ਤਾਂ ਫਿਰ ਉਹੀ ਸਰੋਂ ਦਾ ਤੇਲ ਹੱਥ ਨੂੰ ਲਾ ਸਕਦੇ ਹੋ। ਸੋ ਇਸ ਤਰ੍ਹਾਂ ਦੇ ਹੱਥ ਨੂੰ ਤੁਸੀਂ ਲਾਇਆ ਹੋਇਆ ਜਾਂ ਗਲਵਜ਼ ਪਾ ਕੇ, ਪਰ ਚਾਕੂ ਨੂੰ ਵੀ ਤੇਲ ਲੱਗਿਆ ਹੋਣਾ ਚਾਹੀਦਾ, ਨਹੀਂ ਉਹਦੇ 'ਤੇ ਵੀ ਲੇਸ ਚਿਪਕ ਜਾਂਦੀ ਹੈ। ਸੋ ਉਹਨੂੰ ਕੱਟ ਕੇ ਛੋਟੇ ਆਕਾਰ ਦੇ ਪੀਸ, ਜਿਹਨੂੰ ਅਸੀਂ 1 ਇੰਚ ਬਾਏ 1 ਇੰਚ ਅਸੀਂ ਕਹਿੰਦੇ ਹਾਂ ਜਾਂ 1 ਇੰਚ ਬਾਏ ਹਾਫ ਇੰਚ ਕੱਟ ਕੇ ਉਹਨੂੰ ਤੁਸੀਂ ਹੁਣ ਜਾਂ ਤਾਂ ਉਬਾਲ ਸਕਦੇ ਹੋ, ਜੋ ਕਿ ਬਿਹਤਰੀਨ ਤਰੀਕਾ ਜੇ। ਜਿਵੇਂ ਮੈਂ ਦੱਸਿਆ ਕਿ ਬਾਹਰਲੇ ਮੁਲਕਾਂ 'ਚ ਵੀ ਇਹਨੂੰ ਸਿੰਪਲ ਤੁਸੀਂ ਉਹ ਗੋਭੀ ਦੇ ਦੇਣਗੇ ਤੁਹਾਨੂੰ, ਮਸ਼ਰੂਮਸ ਦੇ ਦੇਣਗੇ, ਫਿਰ ਇਸੇ ਤਰ੍ਹਾਂ ਲਸਣ ਦੇ ਪੱਤੇ ਹੈ ਕਮਾਲ ਵੀ, ਉਹਨਾਂ ਨੇ ਸਾਰੀਆਂ ਉਹ ਚੀਜ਼ਾਂ ਲੱਭ ਲਈਆਂ ਜਿਹੜੀਆਂ ਅਸੀਂ ਸੁੱਟਦੇ ਹਾਂ। ਅਸੀਂ ਲਸਣ ਅਸੀਂ ਭੋਗ ਖਾ ਜਾਂਦੇ, ਲਸਣ ਖਾ ਲਿਆ ਬੜਾ ਖੁਸ਼ ਤੇ ਉਹਦੇ ਪੱਤੇ ਸੁੱਟ ਦਿੱਤੇ, ਜਦ ਕਿ ਅਸਲੀ ਖੁਰਾਕ ਉਹਦੇ ਵਿੱਚ ਸੀ। ਸੋ ਉਹ ਚੀਜ਼ਾਂ ਮਿਕਸ ਕਰਕੇ ਜਦੋਂ ਅਸੀਂ ਇਹਨਾਂ ਨੂੰ ਉਬਾਲਦੇ ਨੇ ਉਹਦੇ ਵਿੱਚ ਹੀ ਇਹ ਕਟਹਲ ਦੇ ਪੀਸਿਸ ਵਿੱਚ ਪਾ ਦਿੱਤੇ ਜਾਂਦੇ ਨੇ। ਹੁਣ ਉਹਦੀ ਡਿਸ਼ ਬਹੁਤ ਮਹਿੰਗੀ ਹੁੰਦੀ ਜੇ। ਹੁਣ ਪਹਿਲੀ ਚੀਜ਼ ਤਾਂ ਜਿਵੇਂ ਮੈਂ ਦੱਸਿਆ ਕਿ ਇਹਨੂੰ ਤੁਸੀਂ ਸਿੰਪਲ ਉਬਾਲ ਕੇ ਉਹਨੂੰ ਚਿਕਨ ਜਾਂ ਮੀਟ ਦੀ ਤਰੀ ਵਿੱਚ, ਇਸ ਵੇਲੇ ਜਿੰਨੇ 5 ਸਟਾਰ ਹੋਟੇਲਸ ਨੇ ਉਹਨਾਂ ਵਿੱਚ ਇਹਨੂੰ ਗਾੜੀ ਕਰਨ ਲਈ ਚਿਕਨ ਕਰੀ ਜਾਂ ਉਹਦੇ 'ਚ ਕਟਹਲ ਪਾਇਆ ਜਾਂਦਾ ਜੇ। ਉਹਦੇ ਨਾਲ ਇੱਕ ਤਾਂ ਨਿਊਟ੍ਰੀਸ਼ੀਅਸ ਹੋ ਗਿਆ ਤੇ ਇੱਕ ਉਹ ਸਵਾਦ ਬੜਾ ਤਗੜਾ ਦੇ ਦਿੰਦਾ ਜੇ। ਤੇ ਇੱਕ ਜਦੋਂ ਨਿਊਟ੍ਰੀਸ਼ਨ ਕਿਸੇ ਦੇ ਉੱਤੇ ਡਿਸ਼ ਦੇ ਉੱਤੇ ਲਿਖ ਕੇ ਜਾਂਦੀ ਜੇ, ਤੁਸੀਂ ਸਮਝ ਸਕਦੇ ਹੋ 100 ਗ੍ਰਾਮ 'ਚ 3 ਗ੍ਰਾਮ ਪ੍ਰੋਟੀਨ, ਸੋ ਉਹ ਚਿਕਨ ਸਗੋਂ ਘਟਾ ਕੇ ਤੇ ਵਧਾ ਦਿੰਦੇ ਨੇ ਕਿ ਤੁਹਾਡੀ ਡਾਈਟ ਪੂਰੀ ਹੋ ਗਈ। ਸੋ ਇੱਕ ਤਾਂ ਤੁਸੀਂ ਘਰ ਵਿੱਚ ਵੀ ਚਿਕਨ ਜਾਂ ਮਟਨ ਦੀ ਜਦੋਂ ਬਣਾਉਂਦੇ ਹੋ ਤਾਂ ਤਰੀ ਦੇ ਵਿੱਚ ਇਹਨੂੰ ਬਣਾ ਸਕਦੇ ਹੋ। ਸੋ ਦੂਸਰਾ ਤਰੀਕਾ ਜੇ ਗਾਇਰੋ, ਜੋ ਕਿ ਬੜੀ ਜ਼ਬਰਦਸਤ, ਇਹਦੇ ਬੜੀ ਮਹਿੰਗੀ ਹੈ, ਜੋ ਕਿ ਈਵਨ ਜਿਹੜੀ ਇਹਦਾ ਤੁਸੀਂ ਜੇ ਕਿਤੇ ਆਰਡਰ ਜਾ ਕੇ ਕਰੋਗੇ 100 ਪਾਉਂਡ ਦੀ ਇੱਕ ਮਿਲੇਗੀ ਪਲੇਟ, ਇੰਨੀ ਮਹਿੰਗੀ ਚੀਜ਼ ਹੈ। ਉਹਦੇ ਵਿੱਚ ਅਸਲ 'ਚ ਤੁਸੀਂ ਹਲਕੀ ਅੱਗ 'ਤੇ ਇਹਨੂੰ 3-4 ਮਿੰਟ ਲਈ ਪਿਆਜ਼ ਭੁੰਨ ਕੇ ਤੇ ਉਹਦੇ ਵਿੱਚ ਉਬਲੇ ਹੋਏ ਜੋ ਕਟਹਲ ਨੇ ਉਹ ਮਿਕਸ ਕਰਨੇ ਹੁੰਦੇ ਨੇ, ਫਿਰ ਇਹਨੂੰ 20 ਮਿੰਟ ਤੱਕ ਹਲਕੀ ਅੱਗ 'ਤੇ ਰਿੰਨਣਾ ਹੁੰਦਾ। ਇਹਦਾ ਪ੍ਰੋਪਰ ਬਣਾਉਣ ਦਾ ਤਰੀਕਾ। ਫਿਰ ਉਹਦੇ ਵਿੱਚ ਤੁਸੀਂ 2 ਚਮਚ ਨਿੰਬੂ ਦਾ ਰਸ,
ਲੂਣ ਮਿਰਚ ਫਿਰ ਸੋਇਆ ਸੌਸ ਧਨੀਆ ਵਗੈਰਾ ਪਾ ਕੇ 15 ਮਿੰਟ ਹੋਰ ਇਹਨੂੰ ਹਲਕੇ ਜੇ ਅੱਗ ਤੇ ਕਵਰ ਕਰਕੇ ਰੱਖ ਦਿਓ। ਇਹਦਾ ਆਪਣਾ ਹੀ ਪਾਣੀ ਜਿਹੜਾ ਉਹ ਕੱਢ ਕੇ ਇਹਨੂੰ ਪਕਾ ਦੇਵੇਗਾ। ਸੋ ਉਸ ਤੋਂ ਬਾਅਦ 2 ਚਮਚ, ਜਦੋਂ ਬਿਲਕੁਲ ਸੁੱਕ ਜਾਏ ਇਹ ਚੀਜ਼, 2 ਚਮਚ ਨਿੰਬੂ ਦਾ ਰਸ ਹੋਰ ਇਹਦੇ ਉੱਪਰ ਪਾ ਦਿਓ। ਮੇਰਾ ਖਿਆਲ ਇਹ ਪ੍ਰੋਗਰਾਮ ਇਹਨਾਂ ਨੂੰ ਦੁਬਾਰਾ ਸੁਣਨਾ ਪਏਗਾ, ਪਰ ਇਹ ਇੰਨੀ ਕੁ ਟੇਸਟੀ ਚੀਜ਼ ਹੈ ਕਿ ਇਸ ਤੋਂ ਖਾਣ ਤੋਂ ਬਾਅਦ ਉਹ ਹੋਰ ਦੁਬਾਰਾ ਯਾਨੀ ਕੁਝ ਹੋਰ ਖਾਣਾ ਭੁੱਲ ਜਾਣਗੇ। ਨਾਲੇ ਸਮਝ ਸਕਦੇ ਹੋ 100 ਪੌਂਡ ਦੀ ਚੀਜ਼ ਘਰ ਬਣਾ ਸਕਦੇ ਹੋ ਤੇ ਬਿਲਕੁਲ ਮੈਂ ਬਿਲਕੁਲ 6 ਬਿਮਾਰੀਆਂ ਦੀ ਤੁਸੀਂ ਮੁੱਢਲੇ ਤੌਰ ਤੇ ਜ਼ਿਕਰ ਕੀਤਾ, ਤੇ ਬਾਕੀ ਅਣਗਿਣਤ ਬਿਮਾਰੀਆਂ ਨੇ ਜਿਹੜੀ ਇਸ ਨਾਲ ਠੀਕ ਹੋ ਸਕਦੀਆਂ। ਇਹਨਾਂ ਨਾਲ ਤੁਸੀਂ ਸ਼ੁਰੂ 'ਚ ਬੋਲਿਆ ਸੀ ਕਿ ਫਾਇਦੇ ਦੱਸਦੇ, ਨੁਕਸਾਨ ਵੀ ਦੱਸਣੇ ਨੇ, ਉਹ ਕੀ ਨੁਕਸਾਨ ਕੀ ਹੈ? ਬਿਲਕੁਲ, ਸਭ ਤੋਂ ਪਹਿਲੀ ਤਾਂ ਡਾਇਬਟਿਕਸ ਲਈ ਜਿੱਥੇ ਇਹ ਕਹਿ ਲਓ ਕਿ ਬਹੁਤ ਜ਼ਬਰਦਸਤ ਫਾਇਦੇਮੰਦ ਹੈ, ਉੱਥੇ ਡਾਇਬਟਿਕਸ ਧਿਆਨ ਰੱਖਣ ਕਿ ਜਦੋਂ ਇਹ ਖਾ ਰਹੇ ਨੇ ਕਟਹਲ, ਆਪਣੀ ਡਾਇਬਟੀਜ਼ ਵਾਲੀਆਂ ਗੋਲੀਆਂ ਦੀ ਜਾਂ ਇਨਸੂਲਿਨ ਦੀ ਡੋਜ਼ ਘਟਾਉਣੀ ਹੀ ਪੈਂਦੀ ਏ। ਇੰਨਾ ਜ਼ਬਰਦਸਤ ਡਾਊਨ ਸ਼ੂਗਰ ਲਿਆ ਦਿੰਦਾ। ਸੋ ਧਿਆਨ ਨਾਲ ਖਾਣ ਕਿ ਉਹ ਡੋਜ਼ ਘਟਾ ਲੈਣ, ਸੋ ਉਹਦੇ ਮਾੜੇ ਅਸਰ ਬਚ ਜਾਣਗੇ। ਕੁਦਰਤੀ ਤੌਰ 'ਤੇ ਉਹਨਾਂ ਦੀ ਇਹ ਇਨਸੂਲਿਨ ਜਿਹੜੀ ਉਹਦਾ ਅਸਰ ਕਰੇਗੀ ਅਤੇ ਕੰਟਰੋਲ 'ਚ ਹੋ ਜਾਂਦੀ ਹੈ। ਸੈਕਿੰਡ ਚੀਜ਼, ਆਪਰੇਸ਼ਨ ਜੇ ਹੋਇਆ ਹੋਵੇ ਤਾਂ ਉਹਦੇ ਨਾਲ ਇਹ ਘੱਟੋ ਘੱਟ 15 ਦਿਨ ਤੱਕ ਕਟਹਲ ਬਿਲਕੁਲ ਨਹੀਂ ਖਾਣਾ ਚਾਹੀਦਾ। ਇਹ ਉਹਨਾਂ ਦਵਾਈਆਂ ਦਾ ਅਸਰ ਵਧਾ ਦਿੰਦਾ, ਸੋ ਨੁਕਸਾਨ ਕਰ ਸਕਦਾ। ਤੀਸਰੀ ਇੰਪੋਰਟੈਂਟ ਚੀਜ਼, ਕਟਹਲ ਖਾਣ ਤੋਂ ਬਾਅਦ ਜੇ ਤੁਸੀਂ 2 ਗਿਲਾਸ ਪਾਣੀ ਪੀ ਜਾਂਦੇ ਹੋ, ਕਿਉਂਕਿ ਇਹਦੇ ਨਾਲ ਪਿਆਸ ਲੱਗਦੀ ਹੈ, ਤਾਂ ਟੱਟੀਆਂ ਤਗੜੀਆਂ ਲੱਗ ਸਕਦੀਆਂ ਨੇ। ਸੋ ਇਸ ਕਰਕੇ ਪਹਿਲਾਂ ਪਾਣੀ ਪੀ ਲਓ ਜੇ ਲੈਣਾ। ਕਟਹਲ ਖਾਸ ਕਰ ਜੇ ਤਲਿਆ ਹੋਇਆ ਲੈਂਦੇ ਹੋ ਤਾਂ ਪਿਆਸ ਲੱਗਦੀ ਹੈ, ਨਾ ਪਾਣੀ ਪੀਵਿਓ, ਬਾਅਦ ਵਿੱਚ ਤੁਸੀਂ ਪਹਿਲਾਂ ਲੈ ਸਕਦੇ ਹੋ। ਜਾਂ ਉਬਲਿਆ ਲਓਗੇ ਤਾਂ ਉਹ ਨਹੀਂ ਉਹਦਾ ਹੁੰਦਾ। ਇਸੇ ਤਰ੍ਹਾਂ ਕਟਹਲ ਤੋਂ ਬਾਅਦ ਖਿਆਲ ਰੱਖਿਓ ਦੁੱਧ ਨਹੀਂ ਪੀਣਾ ਚਾਹੀਦਾ 2 ਘੰਟੇ ਤੱਕ। ਇਹਦੇ ਨਾਲ ਵੀ ਵੇਖਿਆ ਗਿਆ ਕਿ ਕਟਹਲ ਤੋਂ ਬਾਅਦ ਜੇ ਦੁੱਧ ਪੀਤਾ ਜਾਏ ਤਗੜੀਆਂ ਟੱਟੀਆਂ ਲੱਗ ਸਕਦੀਆਂ, ਕਈ ਵਾਰ ਉਲਟੀਆਂ ਵੀ ਲੱਗ ਜਾਂਦੀਆਂ। ਅਤੇ ਇੱਕ ਖ਼ਾਸ ਇੰਪੋਰਟੈਂਟ ਚੀਜ਼ ਕਿ ਇਹਦੇ ਵਿਚਲੀ ਜੇ ਜ਼ਿਆਦਾ ਪੱਕਿਆ ਹੋਇਆ ਲੈਂਦੇ ਹੋ ਤਾਂ ਉਹਦੇ ਵਿੱਚ ਉੱਲੀ ਇੱਕ ਕਿਸਮ ਦੀ ਲੱਗ ਜਾਂਦੀ ਹੈ ਜੋ ਨੁਕਸਾਨ ਕਰ ਸਕਦੀ ਹੈ। ਸੋ ਉਹ ਕੁਦਰਤ ਵੱਲੋਂ ਹੀ ਉਹਦੀ ਸਮੈਲ ਇਹੋ ਜਿਹੀ ਮਾੜੀ ਹੋ ਜਾਂਦੀ ਹੈ। ਸੋ ਜੇ ਤੁਸੀਂ ਹੋਟਲਾਂ ਵਿੱਚ ਲੈਂਦੇ ਹੋ, ਜੇ ਹਲਕੀ ਵੀ ਸਮੈਲ ਲੱਗਦੀ ਹੈ ਕੁਛ, ਤਾਂ ਉਹ ਨਾ ਲਓ, ਕਿਉਂਕਿ ਇਹਦੀ ਸਮੈਲ ਨਹੀਂ ਹੁੰਦੀ। ਟੇਸਟ ਬਹੁਤ ਵਧੀਆ ਹੁੰਦਾ ਜੇ ਇਹ ਵਧੀਆ ਪੱਕਿਆ ਹੋਏ, ਪਰ ਜ਼ਿਆਦਾ ਪੱਕਿਆ ਨਹੀਂ ਲੈਣਾ। ਸੋ ਇੰਨਾ ਕੁ ਜੇ ਅਸੀਂ ਖਿਆਲ ਰੱਖ ਲਈਏ ਅਤੇ ਹਫ਼ਤੇ ਵਿੱਚ 5 ਵਾਰ ਤੁਸੀਂ 1 ਕੌਲੀ ਜੇ ਕਟਹਲ ਖਾਂਦੇ ਰਹੋ, ਜਾਂ ਅਚਾਰ ਬਣਾ ਲਓ ਤਾਂ ਤੁਸੀਂ ਹਰ ਵੇਲੇ ਦੀ ਰੋਟੀ ਨਾਲ 1 ਪੀਸ ਖਾ ਸਕਦੇ ਹੋ। ਤਾਂ ਰੋਜ਼ ਭਾਵੇਂ 7 ਦਿਨ ਖਾ ਲਵੋ 1 ਪੀਸ ਕੱਢ ਕੇ, ਬਹੁਤ ਵਧੀਆ। ਪਰ ਫਾਇਦੇ ਹੀ ਫਾਇਦੇ ਨੇ ਜੇ ਬਸ਼ਰਤੇ ਕਿ ਕੱਚਾ ਜਾਂ ਜ਼ਿਆਦਾ ਪੱਕਿਆ ਨਾ ਖਾਧਾ ਜਾਏ। ਬੜੀਆਂ ਕਮਾਲ ਦੀਆਂ ਗੱਲਾਂ ਬਾਤਾਂ ਤੁਸੀਂ ਕੀਤੀਆਂ। ਅਖੀਰ ਦੇ ਵਿੱਚ ਮੈਂ ਪੁੱਛਣਾ ਚਾਹਾਂਗਾ, ਜੇ ਕੋਈ ਗੱਲ ਰਹਿ ਗਈ ਹੋਵੇ ਤੁਸੀਂ ਆਪਣੇ ਵੱਲੋਂ ਐਡ ਕਰਨੀ ਚਾਹੋ? ਜੀ, ਇੱਕ ਗੱਲ ਸਿਰਫ ਕਿ ਲਗਭਗ 6000 ਸਾਲ ਪਹਿਲਾਂ ਸਾਡੇ ਕੋਲ ਪ੍ਰੂਫ ਮਿਲਿਆ। ਬੜੀ ਮਾਣ ਦੀ ਗੱਲ ਹੋਏਗੀ ਜੇ ਸਾਰੇ ਇਸ ਗੱਲ ਨੂੰ ਯਾਦ ਰੱਖਣ ਕਿ ਪੁਜਾਰੀ ਉਸ ਸਮੇਂ ਸਾਡੇ ਇਹ ਇੰਡੀਆ 'ਚ ਲੱਭਿਆ ਕਿ ਕਟਹਲ ਦੀ ਲੱਕੜ ਉਦੋਂ ਵਰਤਦੇ ਸਨ, ਜਿਹਦੀ ਇਸ ਲੱਕੜ ਖਰਾਬ ਨਹੀਂ ਹੁੰਦੀ, ਇਹਨੂੰ ਕਦੇ ਵੀ ਸਿਉਂਕ ਨਹੀਂ ਲੱਗਦੀ, ਅਤੇ ਇਹਨੂੰ ਰੱਬ ਦੀ ਭੇਜੀ ਇੱਕ ਸੌਗਾਤ ਵਜੋਂ ਇਹਦੀ ਲੱਕੜ ਵਰਤਦੇ ਰਹੇ ਨੇ। ਇਹ 6000 ਸਾਲ ਪਹਿਲਾਂ ਦੀ ਵਰਤੋਂ ਸਾਡੇ ਕੋਲ ਹੈ। ਅਤੇ ਉਦੋਂ ਵੀ ਇਹਨੂੰ ਰੱਬ ਦੀ ਦਾਤ ਮੰਨਦਿਆਂ ਜਦੋਂ ਕੋਈ ਜਸ਼ਨ ਹੁੰਦਾ ਸੀ ਸਾਲ ਵਿੱਚ ਇੱਕ, ਅਤੇ ਕਟਹਲ ਹੀ ਰਿੰਨ ਕੇ ਖਵਾਇਆ ਜਾਂਦਾ ਸੀ। ਅਤੇ ਇਹ ਸਾਡੀ ਇੰਡੀਅਨ ਯਾਨੀ ਭਾਰਤੀ, ਇਹ ਤੁਸੀਂ ਸਮਝ ਲਓ ਇੱਕ ਤਰੀਕੇ ਖੁਰਾਕ ਸੀ ਜੋ ਅੱਜ ਦੁਨੀਆ ਭਰ ਦੇ 5 ਤਾਰਾ ਹੋਟਲਾਂ ਵਿੱਚ, ਵਿਕਸਿਤ ਮੁਲਕਾਂ ਵਿੱਚ ਜੋ ਵਰਤੋਂ ਵਿੱਚ ਜਾ ਰਿਹਾ। ਅਸਲ ਓਰੀਜਨ ਇਹਦਾ ਸਾਡੇ ਭਾਰਤ ਤੋਂ ਹੋਇਆ। ਕਿੰਨੇ ਮਾਣ ਦੀ ਗੱਲ ਹੈ। ਪਰ ਅੱਗੋਂ ਅਫਸੋਸ ਕਿ ਅਸੀਂ ਇਹਨੂੰ ਤਿਆਗ ਕੇ ਜਿਵੇਂ ਸੱਤੂ ਓਟਸ ਬਣ ਜਾਣ ਤੇ ਖਾ ਜਾਂਦੇ ਹਾਂ। ਕਟਹਲ ਸਾਨੂੰ ਲੱਗਦਾ ਹੈ ਪਿਛਾਂਹ ਖਿੱਚੂ ਹੈ ਦਾਦੀ ਨਾਨੀਆਂ ਵਾਲਾ, ਪਰ ਹੁਣ ਜਦੋਂ ਦਵਾਈਆਂ ਵਿੱਚ ਬਣ ਕੇ ਆ ਰਿਹਾ, ਹੁਣ ਮਹਿੰਗੀਆਂ ਦਵਾਈਆਂ ਲੈ ਰਹੇ ਹਾਂ, ਅਤੇ ਕੱਚਾ ਕਿਉਂ ਨਾ ਖਾਓ। ਸਾਡੇ ਪਰਿਵਾਰਕ ਜੀ ਹਮੇਸ਼ਾ ਕਹਿੰਦੇ ਨੇ ਤੁਹਾਡਾ ਸੁਨੇਹਾ ਬਹੁਤ ਸੋਹਣਾ ਹੁੰਦਾ, ਅੱਜ ਦਾ ਸੁਨੇਹਾ ਕੀ ਹੋਏਗਾ? ਜੀ ਬਿਲਕੁਲ, ਮੈਂ ਫਿਰ ਪਹਿਲਾਂ ਵਾਂਗ ਇਹੋ ਕਹਿਣਾ ਚਾਹੁੰਦੀ ਹਾਂ ਕਿ ਜਿੰਨਾ ਕੁਦਰਤ ਦੇ ਨੇੜੇ ਰਹੀਏ, ਕੁਦਰਤ ਓਨਾ ਹੀ ਸਾਨੂੰ ਹੋਰ ਵਿਕਸਿਤ ਕਰਨ ਵਿੱਚ ਮਦਦ ਕਰਦੀ ਹੈ। ਸੋ ਜੇ ਅਸੀਂ ਚਾਹੁੰਦੇ ਹਾਂ ਕਿ ਬਿਮਾਰੀਆਂ ਤੋਂ ਰਹਿਤ ਹੋਈਏ, ਤਾਂ ਜਿੰਨਾ ਕੁਦਰਤ ਦੇ ਨੇੜੇ ਜਾਵਾਂਗੇ, ਜਿੰਨਾ ਕੁਦਰਤੀ ਚੀਜ਼ਾਂ ਖਾਵਾਂਗੇ, ਓਨਾ ਹੀ ਲੰਬੀ ਉਮਰ ਭੋਗ ਸਕਾਂਗੇ। ਅਤੇ ਜਿਸ ਪ੍ਰੋਗਰਾਮ ਰਾਹੀਂ ਜੋ ਕਿ ਅਸੀਂ ਜਾ ਕੇ ਮੰਨਦੇ ਹਾਂ ਗੁਰਦੁਆਰਿਆਂ ਮੰਦਰਾਂ 'ਚ ਕਿ ਉਮਰ ਲੰਬੀ ਦੇ ਦਿਓ, ਅਤੇ ਅਸੀਂ ਇੱਕ ਪ੍ਰੋਗਰਾਮ ਰਾਹੀਂ ਜੇ ਸਿਹਤ ਪੱਖੋਂ ਤੁਹਾਨੂੰ ਕਹਿੰਦੇ ਹਾਂ ਕਿ ਲੰਬੀ ਉਮਰ ਭੋਗ ਸਕਦੇ ਹੋ, ਤਾਂ ਟਰਾਈ ਜ਼ਰੂਰ ਕਰੋ। ਪਰ ਇਹ ਅਸਰ ਤਾਂ ਹੀ ਹੁੰਦਾ ਜੇ ਜਦੋਂ ਸ਼ੇਅਰ ਕੀਤੀ ਜਾਏ। ਜੇ
ਜੇ ਅਸੀਂ ਦੂਜਿਆਂ ਤੋਂ ਲੁਕਾ ਕੇ ਰੱਖਾਂਗੇ ਸਾਡਾ ਵੀ ਫਾਇਦਾ ਅੱਧਾ ਰਹਿ ਜਾਣਾ। ਸੋ ਜ਼ਰੂਰ ਟੱਬਰ ਵਿੱਚ ਆਪਣੇ ਦੋਸਤਾਂ ਵਿੱਚ ਸ਼ੇਅਰ ਕਰੋ, ਉਹ ਵੀ ਫਾਇਦਾ ਲੈਣ, ਤਾਂ ਸਾਰੇ ਤੰਦਰੁਸਤ ਰਵਾਂਗੇ, ਦੁਆਵਾਂ ਵੱਧ ਹੋ ਜਾਂਦੀਆਂ, ਉਮਰ ਆਪੇ ਹੀ ਲੰਬੀ ਹੋ ਜਾਂਦੀ ਹੈ। ਧੰਨਵਾਦ ਜੀ, ਤੁਸੀਂ ਪ੍ਰੋਗਰਾਮ ਕੀਤਾ ਸਾਡੇ ਪਰਿਵਾਰਕ ਜੀਆਂ ਵੱਲੋਂ, ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ, ਤੇ ਪ੍ਰਾਈਮ ਏਸ਼ੀਆ ਟੀਮ ਸਾਰੀ ਦਾ ਧੰਨਵਾਦ, ਜਿਹੜੇ ਇੰਨੀ ਖੇਚਲ ਕਰਕੇ ਪਹੁੰਚਦੇ ਨੇ, ਪ੍ਰੋਗਰਾਮ ਰੱਖਦੇ ਨੇ, ਲੋਕਾਂ ਤਾਈਂ ਪਹੁੰਚਾਉਂਦੇ ਨੇ। ਉਹ ਵੀ ਸਿਰਫ ਇੱਕੋ ਹੀ ਕਾਰਨ ਕਿ ਲੋਕ ਤੰਦਰੁਸਤ ਰਹਿਣ। ਬਹੁਤ ਧੰਨਵਾਦ। ਬਿਲਕੁਲ, ਸੋ ਮੈਡਮ ਨਾਲ ਗੱਲਾਂ ਬਾਤਾਂ ਕੀਤੀਆਂ ਤਾਂ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਇੱਕ ਚੰਗਾ ਸੁਨੇਹਾ, ਇੱਕ ਚੰਗਾ ਪ੍ਰੋਗਰਾਮ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਈਏ, ਜਿਸ ਦੇ ਨਾਲ ਸਾਨੂੰ ਸਾਰਿਆਂ ਨੂੰ ਫਾਇਦਾ ਹੋ ਸਕੇ। ਕੁਝ ਚੀਜ਼ਾਂ ਅਸੀਂ ਮੈਡਮ ਤੋਂ ਸਿੱਖਦੇ ਹਾਂ, ਕਈ ਚੀਜ਼ਾਂ ਤੁਸੀਂ ਸਾਨੂੰ ਸਿਖਾ ਜਾਂਦੇ ਹੋ। ਤਾਂ ਜਿਹੜੇ ਤੁਹਾਡੇ ਸਵਾਲ ਹੁੰਦੇ ਨੇ ਸਾਨੂੰ ਕਮੈਂਟ ਰੂਪ ਦੇ ਵਿੱਚ ਸਾਨੂੰ ਜ਼ਰੂਰ ਦਿਆ ਕਰੋ। ਉਹ ਸਵਾਲਾਂ ਨੂੰ ਆਪਾਂ ਅਗਲੇ ਕਿਸੇ ਪ੍ਰੋਗਰਾਮ ਦੇ ਵਿੱਚ ਮੈਡਮ ਤੋਂ ਜ਼ਰੂਰ ਪੁੱਛਾਂਗੇ। ਫਿਲਹਾਲ ਮੈਂ ਆਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ। ਸਤਿ ਸ਼੍ਰੀ ਅਕਾਲ।